ਜਲੰਧਰ ਵਿੱਚ ਇੰਪਰੂਵਮੈਂਟ ਟਰਸਟ ਦੀ ਜਿਹੜੀ ਜ਼ਮੀਨ ਨੂੰ ਲੈ ਕੇ ਜਿਹੜੀ ਇਨਕਰੋਚਮੈਂਟ ਵਾਲਾ ਇਸ਼ੂ ਹੈ ਉਹਦੇ ਬਾਰੇ ਅੱਜ ਤੁਹਾਨੂੰ ਰੂਬਰੂ ਕਰਾਉਣਾ ਹੈ ਤੇ ਮੈਂ ਮੇਰੇ ਨਾਲ ਇਸ ਪ੍ਰੈਸ ਕਾਨਫਰੰਸ ਪਹਿਲਾਂ ਮੈਂ ਤੁਹਾਡਾ ਪਰਿਚੈ ਕਰਵਾ ਦਾਂ। ਸਾਡੇ ਜਲੰਧਰ ਤੋਂ ਐਮਐਲਏ ਸ਼ੀਤਲ ਅੰਗਰਾਲ ਜੀ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਜੀ ਔਰ ਸਾਡੇ ਜਲੰਧਰ ਤੋਂ ਹੀ ਐਮਐਲਏ ਰਮਨ ਅਰੋੜਾ ਜੀ ਇਸ ਪ੍ਰੈਸ ਕਾਨਫਰੰਸ ਮੌਜੂਦ ਨੇ। ਸੋ ਮੈਂ ਜ਼ਿਆਦਾ ਟਾਈਮ ਲੈਂਦਾ ਨਾ ਹੋਇਆ ਜਗਤਾਰ ਸੰਘੇੜਾ ਜੀ ਜਿਹੜੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਵੀ ਹੈ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਪੂਰਾ ਵਿਸ਼ਾ ਜਿਹੜਾ ਆ ਉਹ ਤੁਹਾਡੇ ਸਾਹਮਣੇ ਰੱਖਣ। ਜਗਤਾਰ ਸੰਘੇੜਾ ਜੀ। ਧੰਨਵਾਦ ਕੰਗ ਸਾਹਿਬ। ਜਲੰਧਰ ਇੰਪਰੂਵਮੈਂਟ ਟਰਸਟ ਨੇ ਇੱਕ ਸਕੀਮ ਫਲੋਟ ਕੀਤੀ ਸੀਗੀ ਗੁਰੂ ਤੇਗ ਬਹਾਦਰ ਨਗਰ ਸਕੀਮ 110 ਏਕੜ ਦੀ, ਜਿਹਦਾ ਕਿ ਸਾਰੀ ਕਾਰਵਾਈ ਜਿਹੜੀ ਅਵਾਰਡ ਵਗੈਰਾ 1979 ਦੇ ਵਿੱਚ ਹੋ ਗਏ ਸੀਗੇ। ਉਸ ਤੋਂ ਬਾਅਦ ਮਿਲੀ ਭੁਗਤ ਨਾਲ ਕੁਝ ਉੱਥੇ ਨਜਾਇਜ਼ ਕਾਬਜ਼ਕਾਰ ਆ ਕੇ ਬੈਠ ਗਏ ਤੇ ਉਹਦੇ ਨਾਲ ਕੁਝ ਕਾਫੀ ਵੱਡੇ ਘਰ ਸੀਗੇ, ਸੋਰਟ ਆਫ ਮੋਹਰੇ ਕਿਸੇ ਨੂੰ ਹੋਰ ਕਰਕੇ ਤੇ ਵੱਡੇ ਘਰਾਣੇ ਕੁਝ ਉੱਥੇ ਜ਼ਮੀਨਾਂ ਮੱਲੀਆਂ ਹੋਈਆਂ ਸੀਗੀਆਂ। ਸਾਰਿਆਂ ਤੋਂ ਕੀਮਤੀ ਜ਼ਮੀਨ ਸੀਗੀ ਔਰ ਇਹਦੀ ਜਿਹੜੀ ਲਿਟੀਗੇਸ਼ਨ ਸੀਗੀ ਉਹ ਵੀ ਸਾਰੀ ਹੋਈ ਸੁਪਰੀਮ ਕੋਰਟ ਤੱਕ ਗਈ। ਪਹਿਲਾਂ ਲੋਅਰ ਕੋਰਟ 'ਚ ਗੱਲਾਂ ਬਾਤਾਂ ਹੋਈਆਂ, ਉਹਦੇ 'ਚ ਜਿੰਨੇ 27 ਕਾਬਜ਼ਕਾਰ ਸੀਗੇ ਉੱਥੇ ਨਜਾਇਜ਼ ਕਾਬਜ਼ਕਾਰ ਉਹਨਾਂ ਨੂੰ ਸੁਣਿਆ ਗਿਆ, ਅਦਾਲਤ ਨੇ ਸੁਣਿਆ। ਉਸ ਤੋਂ ਬਾਅਦ ਹਾਈ ਕੋਰਟ 'ਚ ਕੇਸ ਚੱਲਿਆ ਔਰ ਹਾਈ ਕੋਰਟ ਦੇ ਵਿੱਚ 16 ਅਗਸਤ 2012 ਨੂੰ ਫਾਈਨਲ ਡਿਸੀਜਨ ਹੋ ਗਿਆ, ਜਿਹਦੇ ਵਿਰੁੱਧ SLP ਪਾਈ ਗਈ। ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਨਹੀਂ, ਇਹ ਇੰਪਰੂਵਮੈਂਟ ਟਰਸਟ ਦੀ ਜ਼ਮੀਨ ਆ, ਸਾਰਿਆਂ ਨੂੰ ਇੱਥੋਂ ਖਾਲੀ ਕਰਨੀ ਪੈਣੀ ਆ। ਉਸ ਵੇਲੇ ਤੁਸੀਂ ਦੇਖ ਲਓ ਕਿ 2012 ਦੇ ਵਿੱਚ ਕਿਹੜੀਆਂ ਸਰਕਾਰਾਂ ਸੀਗੀਆਂ, ਉਹਨਾਂ ਨੇ ਇਸ ਪਬਲਿਕ ਪ੍ਰਾਪਰਟੀ ਨੂੰ ਜਿਹੜੀ ਲੋਕਾਂ ਦੇ ਪੈਸੇ ਨਾਲ ਖਰੀਦੀ ਗਈ ਸੀ ਔਰ ਡਿਵੈਲਪ ਕੀਤਾ ਜਾਣਾ ਸੀਗਾ, ਇਹਦੇ ਬਾਰੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਲਿਟੀਗੇਸ਼ਨ ਇੱਧਰ ਉੱਧਰ ਇੱਕ ਦੂਜੇ ਦੇ ਸਿੱਟਦੇ ਰਹੇ, ਕਦੇ ਅਖਬਾਰ 'ਚ ਇਸ਼ਤਿਹਾਰ ਕਢਾਤਾ ਕਿ ਇੰਨੀ ਤਰੀਕ ਨੂੰ ਖਾਲੀ ਕਰਾ ਦੇਣੀ ਆ, ਕਦੇ ਕੁਝ ਜਵਾਬ ਦੇ ਦਿੱਤਾ। ਉਸ ਤੋਂ ਬਾਅਦ ਕੰਟੈਂਪਟ ਆਫ ਕੋਰਟ ਕੇਸ ਹੋ ਗਿਆ COCP ਇੰਪਰੂਵਮੈਂਟ ਟਰਸਟ ਦੇ ਅਗੇਂਸਟ ਤੇ ਪੰਜਾਬ ਗਵਰਨਮੈਂਟ ਦੇ ਅਗੇਂਸਟ। ਉਹਦੇ ਵਿੱਚ ਵੀ ਲੋਕਣ ਮੀਟੀ ਖੇਡਦੇ ਰਹੇ ਸਿਆਸਤਦਾਨ, ਵਿੱਚੇ ਹੀ ਅਫਸਰ ਤੇ ਵਿੱਚੇ ਹੀ ਸਾਰਾ ਕੁਝ ਰਲਿਆ ਮਿਲਿਆ ਮਿਲਗੋਬਾ ਹੀ ਸੀਗਾ। ਤੇ ਉਸ ਤੋਂ ਬਾਅਦ ਜਦੋਂ ਹੁਣ ਸਿਰੇ ਤੇ ਚੀਜ਼ ਆਈ ਹੋਈ ਸੀਗੀ ਤੇ ਉਸ ਤੋਂ ਬਾਅਦ 9-10 ਤਰੀਕ ਅਸੀਂ ਅਦਾਲਤ ਵਿੱਚ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਸਾਨੂੰ ਕਾਰਵਾਈ ਕਰਨੀ ਪਈ ਕੰਟੈਂਪਟ ਆਫ ਕੋਰਟ ਦੇ ਮਾਮਲੇ ਦੇ ਵਿੱਚ। 9-10 ਤਰੀਕ ਤੇ 10-10 ਤਰੀਕ ਨੂੰ ਅਸੀਂ ਉੱਥੇ ਕਬਜ਼ਾ ਛੁਡਾਇਆ ਅਦਾਲਤ ਦੀ ਨਿਗਰਾਨੀ 'ਚ। ਅਦਾਲਤ ਨੇ ਪੁਲਿਸ ਦੇਣ ਦੀ ਗੱਲ ਕੀਤੀ ਹੈ ਤੇ ਉਹ ਸਾਰੇ ਜਿੰਨੇ ਅਸੀਂ ਜੋ ਵੀ ਉੱਥੇ ਕਾਰਵਾਈ ਕੀਤੀ ਹੈ ਵੱਡਿਆਂ ਘਰਾਂ ਤੋਂ ਸ਼ੁਰੂ ਕੀਤੀ ਹੈ। ਪੱਕੇ ਘਰ 5-7 ਸਟਰਕਚਰ ਇਹੋ ਜਿਹੇ ਸੀਗੇ ਜਿਹੜੇ ਸਾਡੇ ਕੋਲ ਉਹਨਾਂ ਦੀਆਂ ਫੋਟੋਆਂ ਹੈਗੀਆਂ, ਇਸ ਵੇਲੇ ਮੇਰੇ ਕੋਲ ਨਹੀਂ ਹੈ, ਬਟ ਸਾਰਿਆਂ ਨੂੰ ਪਤਾ ਆ ਜਿਹੜੇ ਮੋਹਰੇ ਹੈਗੇ ਆ, ਜਿਹੜੇ ਕਿ ਇਲੀਗਲ ਰਜਿਸਟਰੀਆਂ ਵੀ ਕਰਾਈ ਫਿਰਦੇ ਆ। ਸਾਡੇ ਨਾਲ ਅਦਾਲਤਾਂ ਦੇ ਵਿੱਚ ਫੇਰ ਬਣੇ ਹੋਏ ਆ। 3 ਦਿਨ ਪਹਿਲਾਂ ਵੀ ਉਹਨਾਂ ਨੇ ਸਟੇ ਲੈਣ ਦੀ ਕੋਸ਼ਿਸ਼ ਕੀਤੀ ਪਰ ਅਦਾਲਤ ਨੇ ਕਿਹਾ ਕਿ 12-12 ਨੂੰ ਆ ਜਾਓ। ਅਦਾਲਤ ਦੇ ਹੁਕਮਾਂ ਅਨੁਸਾਰ ਅਸੀਂ 9-10 ਨੂੰ ਸਾਰੀ ਡਿਮੋਲਿਸ਼ ਕਰਕੇ ਤੇ 12-12 ਨੂੰ ਅਦਾਲਤ ਦੇ ਵਿੱਚ ਅਸੀਂ ਰਿਪੋਰਟ ਸਟੇਟਸ ਰਿਪੋਰਟ ਦੇ ਦਿੱਤੀ ਆ ਕਿ ਅਸੀਂ ਉਹ ਕਬਜ਼ੇ ਜਿਹੜੇ ਇੰਨੇ ਸਾਲਾਂ ਤੋਂ ਨਹੀਂ ਸੀ ਹਟ ਰਹੇ 2010 ਤੋਂ 9 ਤੋਂ ਉਹ ਅਸੀਂ ਹਟਾ ਦਿੱਤੇ ਆ। ਪਰ ਉਹਦੇ ਨਾਲ ਇੱਕ ਜਿਹੜੀ ਆ ਉਹ ਸੁਭਾਵਕ ਨਹੀਂ, ਉਹ ਗਲਤੀ ਮਜਬੂਰੀ 'ਚ ਹੋ ਗਈ ਆ ਕਿ ਕੁਝ ਲੋਕ ਜਿਹੜੇ ਆ ਲੋ ਇਨਕਮ ਗਰੁੱਪ ਦੇ ਸੀਗੇ ਜਿਨ੍ਹਾਂ ਦੀਆਂ ਛੱਤਾਂ ਵੀ ਸਾਨੂੰ ਭਾਵੇਂ ਉਹ ਆਰਜੀ ਸੀਗੀਆਂ ਉਹ ਢਾਉਣੀਆਂ ਪਈਆਂ। ਉਹਨਾਂ ਲਈ ਅੱਜ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਮਿਲੇ ਸੀਗੇ। ਮੁੱਖ ਮੰਤਰੀ ਸਾਹਿਬ ਨੇ ਇਸ ਗੱਲ ਨੂੰ ਬੜਾ ਗੰਭੀਰਤਾ ਨਾਲ ਲਿਆ ਆ ਤੇ ਮੁੱਖ ਮੰਤਰੀ ਸਾਹਿਬ ਨੇ ਕਲੀਅਰ ਕੱਟ ਸ਼ਬਦਾਂ ਦੇ ਨਾਲ, ਸਾਡੇ 2 MLA ਸਾਹਿਬਾਨ ਵੀ ਮੇਰੇ ਨਾਲ ਸੀਗੇ, ਸਾਡੇ ਆਫੀਸਰ ਸਾਹਿਬਾਨ ਵੀ ਮੇਰੇ ਨਾਲ ਸੀਗੇ, ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਨੇ ਕਲੀਅਰ ਕੱਟ ਕਿਹਾ ਆ ਕਿ ਅਸੀਂ ਲੋਕਾਂ ਦੇ ਚੁੱਲ੍ਹੇ ਬਾਲਣੇ ਆ, ਅਸੀਂ ਇਹ ਚੁੱਲ੍ਹੇ ਜਿਹੜੇ ਬੁਝਾਉਣੇ ਨਹੀਂ ਹੈ। ਜਿਹੜੇ ਵੀ ਉੱਥੇ ਲੋ ਇਨਕਮ ਗਰੁੱਪ ਚੋਂ ਡਿਸਪਲੇਸ ਹੋਏ ਆ ਉਹਨਾਂ ਨੂੰ ਰੀਹੈਬਿਲਿਟੇਟ ਕੀਤਾ ਜਾਵੇ। ਤੇ ਉਸ ਦੇ ਨਾਲ ਹੀ ਅਸੀਂ ਮੌਕੇ ਤੇ ਉਹਨਾਂ ਨੇ ਸਾਨੂੰ ਪੁੱਛਿਆ ਤੇ ਮੈਂ ਉਹਨਾਂ ਨੂੰ ਦੱਸਿਆ ਜੀ ਕਿ ਸਾਡੇ ਕੋਲ ਆਹ ਪ੍ਰਾਪਰਟੀਜ਼ ਨੇ, ਅਸੀਂ ਇਹ ਗੱਲ ਇੱਥੇ ਕਰ ਸਕਦੇ ਹਾਂ, ਇਸ ਤਰ੍ਹਾਂ ਕਰ ਸਕਦੇ ਹਾਂ। ਮੁੱਖ ਮੰਤਰੀ ਸਾਹਿਬ ਨੇ ਮੌਕੇ ਤੇ ਹਦਾਇਤ ਕੀਤੀ ਹੈ ਕਿ ਜਿੰਨੇ ਸ਼ਨਾਖਤ ਜਿਹੜੇ ਲੋ ਇਨਕਮ ਗਰੁੱਪ ਦੇ ਆ ਉਹਨਾਂ ਨਾਲ ਸਾਡੇ ਸੰਪਰਕ 'ਚ ਵੀ ਹੈਗੇ ਨੇ, ਉਹ ਪਾਰਟੀ ਦੇ ਸੰਪਰਕ 'ਚ ਨੇ, MLA ਸਾਹਿਬਾਨ ਦੇ ਸੰਪਰਕ 'ਚ ਨੇ, ਮੇਰੇ ਸੰਪਰਕ 'ਚ ਨੇ। ਉਹਨਾਂ ਨੂੰ ਅਸੀਂ ਜਿਹੜਾ ਮੇਜਰ ਇਹਦੇ ਵਿੱਚ ਅਸੀਂ ਤੁਹਾਨੂੰ ਰੀਵੀਲ ਕਰਨਾ ਚਾਹੁੰਦੇ ਆ ਉਹ ਇਹ ਆ ਕਿ ਜਿੱਥੇ ਲੋਕ ਜਾ ਕੇ ਸਿਆਸਤ ਕਰ ਰਹੇ ਆ, ਆਪਣੀ ਸਿਆਸਤ ਦਾ ਜੂਸ ਕੱਢ ਰਹੇ ਆ, ਉਹਨਾਂ ਲੋਕਾਂ ਨੂੰ ਭੜਕਾ ਰਹੇ ਆ ਜਾਂ ਹੋਰ ਕਰ ਰਹੇ ਆ, ਉਹਨਾਂ ਨੂੰ ਅਸੀਂ ਰੀਹੈਬਿਲਿਟੇਟ ਕਰਾਂਗੇ। ਉਸ ਦਿਨ ਅਸੀਂ ਨਹੀਂ ਸੀ ਛੱਡ ਸਕਦੇ ਕਿਉਂਕਿ ਕੋਰਟ ਦੀ ਨਿਗਰਾਨੀ 'ਚ ਸਾਰਾ ਕੁਝ ਹੋ ਰਿਹਾ ਸੀ। 100% ਡਿਮੋਲੀਸ਼ਨ ਸਾਨੂੰ ਕਰਨੀ ਪੈਣੀ ਸੀ ਔਰ ਅਸੀਂ ਕੀਤੀ ਹੈ। ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਹੁਕਮਾਂ ਅਨੁਸਾਰ, ਉਹਨਾਂ ਦੇ ਆਦੇਸ਼ਾਂ ਅਨੁਸਾਰ ਔਰ ਜਿੰਨੇ ਵੀ ਉੱਥੇ ਪੀੜਤ ਲੋ ਇਨਕਮ ਗਰੁੱਪ ਵਾਲੇ ਹੈਗੇ ਆ, ਨੀਡੀ ਹੈਗੇ ਆ, ਜਿਨ੍ਹਾਂ ਨੂੰ ਪੁਨਰਵਾਸ ਦੀ ਲੋੜ ਹੈ, ਅਸੀਂ ਉਹਨਾਂ ਨੂੰ 2 ਬੈਡਰੂਮ, 1 ਹਾਲ ਤੇ 1 ਕਿਚਨ ਛੋਟੇ ਫਲੈਟ ਅਸੀਂ ਉਹਨਾਂ ਨੂੰ ਦੇਵਾਂਗੇ। ਔਰ ਇਹ ਮੇਰਾ ਬਤੌਰ ਇੰਪਰੂਵਮੈਂਟ ਟਰਸਟ
ਦੇ ਚੇਅਰਮੈਨ ਹੋਣ ਦੇ ਨਾਤੇ ਵੀ ਤੇ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਮੈਂ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਹੈ ਕਿ ਜਿਹੜੇ ਵੀ ਸਟਰਕਚਰ ਅਸੀਂ ਉਹਨਾਂ ਨੂੰ ਦੇਵਾਂਗੇ ਉਹ ਜਿੱਥੇ ਉਹ ਪਹਿਲਾਂ ਰਹਿੰਦੇ ਸੀਗੇ ਉਹਨਾਂ ਨਾਲੋਂ ਵੇ ਬੈਟਰ ਥਾਵਾਂ ਹੋਣਗੀਆਂ, ਪਰ ਮਿਲਣਗੇ ਉਹਨਾਂ ਨੂੰ ਜਿਹੜੇ ਉਸ ਲਈ ਡਿਜ਼ਰਵ ਕਰਦੇ ਆ, ਜਿਹੜੇ ਲੋ ਇਨਕਮ ਗਰੁੱਪ 'ਚ ਹੈਗੇ ਆ, ਜਿਨ੍ਹਾਂ ਕੋਲ ਛੱਤ ਹੈ ਨਹੀਂ ਗੀ, ਜਿਹੜਾ ਮਾਫੀਆ ਆ, ਲੈਂਡ ਮਾਫੀਆ ਆ, ਜਿਹਨੇ ਉਹ ਇੰਨੀ ਕੀਮਤੀ ਜ਼ਮੀਨ ਜਿਹੜੀ ਦੱਬੀ ਹੋਈ ਸੀ ਕੁਝ ਥੋੜੇ ਛੋਟੇ ਘਰਾਂ ਦੇ ਬਹਾਨੇ ਨਾਲ, ਉਹਨਾਂ ਨਾਲ ਸਾਡੀ ਲੜਾਈ ਉਦਾਂ ਹੀ ਜਾਰੀ ਰਹੂਗੀ। ਔਰ ਇਹ ਜਿਹੜੀ ਮੈਂ ਜਗ੍ਹਾ ਆ, ਮੈਂ ਤੁਹਾਨੂੰ ਕਲੀਅਰ ਕੱਟ ਕਰਨਾ ਦੱਸਣਾ ਚਾਹੁੰਦਾ ਹਾਂ, ਤੁਹਾਡੇ ਤੋਂ ਬਹੁਤੇ ਸਾਥੀ ਆਪਾਂ ਹਮੇਸ਼ਾ ਹੀ ਸਾਰੇ ਹੀ ਆਲਮੋਸਟ ਮਿਲਦੇ ਹੀ ਆ। ਲਤੀਫਪੁਰਾ ਜਿਹੜਾ ਆ, ਲਤੀਫਪੁਰਾ ਦੇ ਨਾਮ ਤੇ ਨਾ ਜਾਇਓ, ਇਹ ਜਗ੍ਹਾ ਬਿਲਕੁਲ ਸਿਟੀ ਦੇ ਸੈਂਟਰ ਵਿੱਚ ਹੈ ਔਰ ਗੁਰੂ ਤੇਗ ਬਹਾਦਰ ਨਗਰ ਔਰ ਮਾਡਲ ਟਾਊਨ ਜਿਹੜੇ ਪੌਸ਼ ਏਰੀਆ ਹੈਗੇ ਆ ਉਹਨਾਂ ਦੇ ਬਿਲਕੁਲ ਵਿਚਕਾਰ ਹੈ ਜਗ੍ਹਾ। ਔਰ ਜਲੰਧਰ ਵਾਸੀ ਇਸ ਗੱਲ ਤੋਂ ਬਹੁਤ ਤੰਗ ਸੀਗੇ ਔਰ ਉਹ ਜਿਹੜੀ 120 ਫੁੱਟੀ ਸੜਕ ਸੀ ਉਹ ਵੀ ਵਿੱਚੇ ਇਨਕਰੋਚ ਹੋਈ ਸੀਗੀ ਔਰ ਉੱਥੇ ਜਿੰਨੇ ਡਿਵੈਲਪਮੈਂਟ ਦੇ ਕੰਮ ਸੀਗੇ ਸਾਡੇ ਸਾਰੇ ਹੀ ਰੁਕੇ ਹੋਏ ਸੀਗੇ। ਇਸ ਕਰਕੇ ਸਾਨੂੰ ਇਹ ਕੌੜਾ ਘੁੱਟ ਭਰਨਾ ਪਿਆ ਔਰ ਮੈਂ ਹੱਥ ਜੋੜ ਕੇ ਮੁਆਫੀ ਮੰਗਦਾ। ਮੈਂ ਇਸ ਗੱਲ ਦੀ ਜ਼ਿੰਮੇਵਾਰੀ ਲੈਂਦਾ ਆ ਕਿ ਜਿਹੜੇ ਛੋਟੇ ਘਰਾਂ ਦੇ ਮਕਾਨ ਢਾਏ ਗਏ ਆ ਉਹ ਜਿਹੜਾ ਆ ਉਹਦੇ ਲਈ ਮੈਂ ਹੱਥ ਜੋੜ ਕੇ ਮੁਆਫੀ ਮੰਗਦਾ। ਸਾਨੂੰ ਇਹ ਅਦਾਲਤ ਕਰਕੇ ਕਰਨਾ ਪਿਆ, ਪਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਹੁਕਮਾਂ ਅਨੁਸਾਰ ਅਸੀਂ ਪੂਰਾ ਫੁੱਲ ਚੜਾਵਾਂਗੇ ਔਰ ਜਿਹੜੇ ਵੀ ਜ਼ਰੂਰਤਮੰਦ ਹੈਗੇ ਆ ਉਹਨਾਂ ਨੂੰ ਅਸੀਂ 2 ਬੈਡਰੂਮ, 1 ਹਾਲ ਤੇ 1 ਕਿਚਨ ਵਾਲਾ ਘਰ ਰਹਿਣ ਨੂੰ ਦੇਵਾਂਗੇ, ਜਿਹੜਾ ਮੈਂ ਪਹਿਲਾਂ ਹੀ ਕਿਹਾ ਅੱਗੇ ਨਾਲੋਂ ਵੇ ਬੈਟਰ ਹੋਏਗਾ ਔਰ ਮਾਫੀਆ ਨਾਲ ਸਾਡੀ ਲੜਾਈ ਜਿਹੜੀ ਆ ਉਹ ਜਾਰੀ ਰਹੇਗੀ। ਔਰ ਇਸ ਤੋਂ ਇਲਾਵਾ ਇੱਥੋਂ ਤੱਕ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੈਗਾ ਆ ਕਿ ਪੰਜਾਬ ਦੇ ਵਿੱਚ ਅਸੀਂ ਬੇਘਰੇ ਰਹਿਣ ਨਹੀਂ ਦੇਣੇ। ਜਿਹੜੀਆਂ ਸਾਡੀਆਂ ਅੱਗੇ ਸਕੀਮਾਂ ਆ ਰਹੀਆਂ, ਚਾਹੇ ਇੰਪਰੂਵਮੈਂਟ ਟਰਸਟ ਵੱਲੋਂ ਕਰੀਏ ਚਾਹੇ ਕੁਝ ਹੋਰ ਅਦਾਰਿਆਂ ਵੱਲੋਂ ਕਰੀਏ, ਅਸੀਂ ਮਲਟੀ ਸਟੋਰੀ ਬਣਾ ਕੇ, ਪਹਿਲਾਂ ਵੀ ਇੱਕ ਸਕੀਮ ਜਿਹੜੀ ਫਲੋਟ ਕੀਤੀ ਜਾ ਰਹੀ ਆ, ਮਲਟੀ ਸਟੋਰੀ ਬਣਾ ਕੇ ਛੋਟੇ ਛੋਟੇ ਘਰ ਬਣਾ ਕੇ ਸਾਰਿਆਂ ਨੂੰ ਦੇਣੇ ਆ। ਅਸੀਂ ਤਾਂ ਉਹਨਾਂ ਨੂੰ ਵੀ ਦੇਣੇ ਆ ਜਿਨ੍ਹਾਂ ਕੋਲ ਅੱਜ ਜਗ੍ਹਾ ਕੋਈ ਵੀ ਨਹੀਂ ਹੈ ਰਹਿਣ ਲਈ। ਇਸ ਕਰਕੇ ਉਹਨਾਂ ਦਾ ਤਾਂ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਬਿਲਕੁਲ ਹੁਣੇ ਹੀ ਹੁਕਮ ਕਰਤਾ ਆ ਕਿ ਉਹਨਾਂ ਨੂੰ ਬਿਲਕੁਲ ਪੁਨਰਵਾਸ ਉਹਨਾਂ ਦਾ ਕਰੋ। ਤੇ ਹੋਰ ਜੇ ਕੋਈ ਇਹਦੇ ਬਾਰੇ ਕੋਈ ਸਵਾਲ ਹੈਗਾ, ਮੈਂ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਆ, ਉਹੋ ਹੀ ਮਾਫੀਆ 2 ਦਿਨ ਪਹਿਲਾਂ ਜਿਹੜਾ ਕੋਰਟ 'ਚ ਸਾਡੇ ਅਗੇਂਸਟ ਫਿਰ ਸਟੇ ਲੈਣ ਆ ਗਿਆ ਸੀਗਾ, ਉਹ ਮਾਫੀਆ ਵੀ ਹੁਣ ਵੀ ਅੱਜ ਵੀ ਸਾਡੇ ਨਾਲ ਪਾਰਟੀ ਆ ਔਰ ਅਗਲੀ ਜਿਹੜੀ ਆ ਕੰਟੈਂਪਟ ਆਫ ਕੋਰਟ ਦੀ ਤਰੀਕ ਜਿਹੜੀ ਆ 9 ਜਨਵਰੀ ਹੈ। ਪਰ ਉਹਨਾਂ ਨੂੰ ਅਸੀਂ ਪੱਕੇ ਤੌਰ ਤੇ ਖਦੇੜੇ 'ਚ ਸਫਲ ਹੋਏ ਆ। ਉਹਨਾਂ ਵਿਰੁੱਧ ਹੁਣ ਮੁਕੱਦਮੇ ਬਣ ਗਏ ਔਰ ਜੇ ਹੋਰ ਹੋਣਗੇ ਉਹਨਾਂ ਦੇ ਜਿਹੜੇ ਆ ਰਲ ਮਿਲ ਕੇ ਮਿਲੀ ਭੁਗਤ ਨਾਲ ਗਲਤ ਰਜਿਸਟਰੀਆਂ ਵੀ ਕਰਾਈ ਫਿਰਦੇ ਆ ਔਰ ਜਿਹੜੇ ਗਰੀਬ ਆਦਮੀ ਆ ਉਹਨਾਂ ਦੇ ਨਾਂ ਤੇ ਕੁਝ ਵੀ ਨਹੀਂ ਸੀਗਾ, ਪਰ ਅਸੀਂ ਉਹਨਾਂ ਨੂੰ ਰੀਹੈਬਿਲਿਟੇਟ ਕਰਾਂਗੇ, ਉਹਨਾਂ ਦਾ ਪੁਨਰਵਾਸ ਕਰਾਂਗੇ। ਅੱਗੇ ਹੁਣ ਮੇਰੇ ਨਾਲ ਐਮਐਲਏ ਸਾਹਿਬਾਨ ਨੇ ਸ਼ੀਤਲ ਉਂਗਰਾਲ ਜੀ, ਰਮਨ ਅਰੋੜਾ ਜੀ, ਮੈਂ ਸ਼ੀਤਲ ਉਂਗਰਾਲ ਜੀ ਨੂੰ ਬੇਨਤੀ ਕਰੂੰਗਾ ਚੰਦ ਲਫ਼ਜ਼ ਕਹਿਣ। ਬਹੁਤ ਬਹੁਤ ਧੰਨਵਾਦ ਸਾਰੇ ਮੀਡੀਆ ਦੇ ਜਿੰਨੇ ਵੀ ਮੇਰੇ ਸਾਥੀ ਖੜੇ ਆ। ਮੈਂ ਜਲੰਧਰ ਵੈਸਟ ਤੋਂ ਐਮਐਲਏ ਚੁਣ ਕੇ ਆਨਾ ਹਾਂ ਤੇ ਮੇਰੇ ਨਾਲ ਬੈਠੇ ਰਮਨ ਅਰੋੜਾ ਜੀ ਜਿਹੜੇ ਜਲੰਧਰ ਸੈਂਟਰ ਤੋਂ ਐਮਐਲਏ ਆ। ਅਸੀਂ ਹੀ ਦੋਨੋਂ ਨੁਮਾਇੰਦੇ ਜਲੰਧਰ ਆਮ ਆਦਮੀ ਪਾਰਟੀ ਤੋਂ ਚੁਣੇ ਹੋਏ ਐਮਐਲਏ ਆ। ਮੈਂ ਜਲੰਧਰ ਦੇ ਲੋਕਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਨਾ ਕਿ ਜਿਹੜੀ ਤੁਸੀਂ ਸਰਕਾਰ 2022 ਚ ਬਣਾਈ ਹੈ, ਇਹ ਸਰਕਾਰ ਗਰੀਬਾਂ ਦੀ ਸਰਕਾਰ ਹੈ। ਕਿ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਦਲਿਤਾਂ ਦੇ ਮਸੀਹ ਦੇ ਰੂਪ ਚ ਕੰਮ ਕਰ ਰਹੇ ਅੱਜ ਗਰੀਬਾਂ ਦਾ ਮਸੀਹਾ ਬਣ ਕੇ ਕੰਮ ਕਰ ਰਹੇ ਆ। ਉਹਨਾਂ ਨੇ ਤੇ ਹਜੇ ਇਹ ਸੋਚ ਹੈ ਕਿ ਜਿਹੜੇ ਇੱਥੇ ਗਰੀਬ ਲੋਕ ਹੈ ਪੰਜਾਬ ਦੇ, ਭਾਵੇਂ ਉਹ ਕੋਈ ਝੁੱਗੀ ਵਾਲਾ ਹੋਵੇ, ਕੋਈ ਝੌਂਪੜੀ ਵਾਲਾ ਹੋਵੇ, ਕੋਈ ਬਗੈਰ ਝੌਂਪੜੀ ਤੋਂ ਵੀ ਰਹਿੰਦਾ ਹੋਵੇ, ਅਸੀਂ ਸਰਕਾਰ ਦੀ ਜਿਹੜੀਆਂ ਸਕੀਮਾਂ ਹੁਣੇ ਚੇਅਰਮੈਨ ਸਾਹਿਬ ਨੇ ਕਿਹਾ ਉਹਦੇ ਨੇਤਾ ਦੇ ਵਿੱਚ ਉਹਨਾਂ ਲੋਕਾਂ ਨੂੰ ਵੀ ਮਕਾਨ ਦੇਣ ਜਾ ਰਹੇ ਆ। ਪਰ ਜਿਹੜਾ ਜਲੰਧਰ ਦੇ ਵਿੱਚ ਰਵਾਤਾ ਹੋਇਆ, ਮੈਂ ਪਿਛਲੇ ਕਾਫੀ ਦਿਨਾਂ ਤੋਂ ਦੇਖ ਰਿਹਾ, 3 ਦਿਨਾਂ ਤੋਂ ਰਾਜਨੀਤੀ ਲੋਕ ਅੱਜ ਆਪਣੀਆਂ ਰੋਟੀਆਂ ਸੇਕਣ ਦੇ ਲਈ ਬਹੁਤ ਕੁਝ ਕਹਿ ਰਹੇ ਆ, ਪਰ ਇਹ ਜਿਹੜਾ ਸਭ ਕੁਝ ਇਹ ਹੈ, ਮੈਂ ਉਹਨਾਂ ਲੋਕਾਂ ਨੂੰ ਦੱਸਣਾ ਚਾਹਨਾ ਜਿਹੜੇ ਲੋਕ ਅੱਜ ਇੰਨੀ ਠੰਡ 'ਚ ਬਾਹਰ ਬੈਠੇ ਆ, ਇਹ ਕੋਈ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਕੀਤਾ। ਇਹ ਕਾਂਗਰਸ ਦੀਆਂ ਜਿਹੜੀਆਂ ਸਰਕਾਰਾਂ ਜਾਂ ਅਕਾਲੀ ਭਾਜਪਾ ਦੀ ਜਿਹੜੀ ਸਰਕਾਰ ਸੀ ਉਹਨਾਂ ਦੇ ਚਹੇਤੇ ਜਿਨ੍ਹਾਂ ਦੀ ਆਸ-ਪਾਸ ਜ਼ਮੀਨ ਆਮਣੇ ਸਾਹਮਣੇ ਜ਼ਮੀਨ ਸੀ, ਉਹਨਾਂ ਦੀ ਜ਼ਮੀਨ ਦੀ ਵੈਲਿਊ ਜ਼ਿਆਦਾ ਹੋਵੇ, ਇਸ ਕਰਕੇ ਉਹਨਾਂ ਨੇ ਆਪਣੇ ਕੋਰਟ ਦੇ ਵਿੱਚ ਚਹੇਤਿਆਂ ਕੋ ਰਿਟ ਪਵਾ ਕੇ 2006 ਦੇ ਵਿੱਚ ਰਿਟ ਪਵਾਈ ਗਈ। ਇਹ ਉਹਦਾ ਨਤੀਜਾ ਜਿਹੜਾ ਸੁਪਰੀਮ ਕੋਰਟ ਨੇ ਜਿਹੜਾ ਆਰਡਰ ਕੀਤਾ, ਇਸ ਕਰਕੇ ਟਰਸਟ ਨੂੰ ਇਹ ਕਾਰਵਾਈ ਕਰਨੀ ਪਈ। ਪਰ ਆਪਾਂ ਇਸ ਗੱਲ ਨੂੰ ਅੱਜ ਚੇਅਰਮੈਨ ਸਾਹਿਬ ਨੇ ਮੰਨਿਆ ਕਿ ਉਹ ਜਿਹੜੇ ਗਰੀਬ ਲੋਕਾਂ ਦੇ ਲਈ ਅਸੀਂ ਇਹ ਕਾਰਵਾਈ ਨਹੀਂ ਕੀਤੀ, ਅਸੀਂ ਕਾਰਵਾਈ ਕੀਤੀ ਜਿਹੜੇ 70 ਮਰਲੇ ਦੇ ਫਾਰਮ ਹਾਊਸ ਲੋਕਾਂ ਨੇ ਬਣਾਏ ਹੋਏ ਸੀ, ਕਿਉਂਕਿ ਜਿਹੜੀ ਉਹ ਜ਼ਮੀਨ ਹੈ ਉਹ ਟਰਸਟ ਦੀ ਬੜੀ ਕੀਮਤੀ ਜ਼ਮੀਨ ਹੈ, ਮਾਡਲ ਟਾਊਨ ਦਾ ਹਿੱਸਾ ਹੈ। ਕਿਉਂਕਿ ਅੱਜ ਲੋਕਾਂ ਨੂੰ ਲਤੀਫਪੁਰਾ ਦਾ ਨਾਮ ਤੋਂ ਜਾਣ ਰਹੇ ਆ, ਪਰ ਉੱਥੋਂ ਜਿਹੜੀ ਟਰਸਟ ਦੀ ਇੱਕ ਸੜਕ ਲੰਘਣੀ 120 ਫੁੱਟੀ ਰੋਡ, ਪਰ ਇਸ ਕਰਕੇ ਅੱਜ ਉਹਨਾਂ ਲੋਕ ਜਿਹੜੇ ਬਾਹਰ ਬੈਠੇ ਆ, ਚੇਅਰਮੈਨ ਸਾਹਿਬ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ, ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਕਿਹਾ ਕਿ ਉਹਨਾਂ ਲੋਕਾਂ ਨੂੰ ਇਮੀਡੀਏਟ ਹੀ ਟਰਸਟ ਵੱਲੋਂ ਜਿਹੜੇ ਹੁਣੇ
2 ਬੈਡਰੂਮ ਦਾ ਜਿਹੜਾ ਘਰ ਦਿੱਤਾ ਜਾਏਗਾ ਕਿ ਉਹ ਲੋਕ ਜਿੱਦਾਂ ਦੇ ਮਕਾਨ 'ਚ ਰਹਿ ਰਹੇ ਸੀ ਉਹਦੇ ਤੋਂ ਬਹੁਤ ਵਧੀਆ ਹਾਲਾਤਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਇਹ ਪ੍ਰਾਪਰਟੀ ਮਿਲਣ ਜਾ ਰਹੀ ਹੈ। ਤੇ ਉਹਦੇ ਤੋਂ ਇਲਾਵਾ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਲੋਕ ਅੱਜ ਆਪਣੇ ਘਰ ਦਾ ਜਿਨ੍ਹਾਂ ਦੇ ਕੋਈ ਛੱਤ ਨਹੀਂ ਹੈ, ਜਿਹੜੇ ਲੋਕ ਬੇਕਾਰ ਹੈ, ਉਹਨਾਂ ਦੇ ਲਈ ਵੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਬਹੁਤ ਜਲਦੀ ਸਕੀਮ ਲੈ ਕੇ ਆ ਰਹੇ ਆ। ਤੇ ਜਿੰਨਾ ਦੁੱਖ ਉਹਨਾਂ ਨੂੰ ਹੋਇਆ 3 ਦਿਨਾਂ ਦੇ ਵਿੱਚ ਉਸ ਚੀਜ਼ ਦੀ ਮੈਂ ਆਪਣੇ ਮਨ ਦੇ ਵਿੱਚ ਬਹੁਤ ਠੇਸ ਹੈ। ਸਾਨੂੰ ਵੀ ਦੁੱਖ ਹੋਣਾ, ਮੇਰੇ ਨਾਲ ਰਮਨ ਜੀ ਹੈ, ਸਾਨੂੰ ਪੂਰੀ ਸਰਕਾਰ ਵੱਲੋਂ ਅਸੀਂ ਉਹਨਾਂ ਲੋਕਾਂ ਨੂੰ ਕਵਾਂਗੇ ਅਸੀਂ ਤੁਹਾਡੇ ਨਾਲ ਹੈ, ਸਰਕਾਰ ਤੁਹਾਡੇ ਨਾਲ ਹੈ। ਇਹਨਾਂ ਕਹਿੰਦਾ ਹੋਏ ਮੈਂ ਉਹਨਾਂ ਲੋਕਾਂ ਦਾ ਬਹੁਤ ਧੰਨਵਾਦ ਕਰਾਂਗਾ। ਜਾਂ ਅਸੀਂ ਹੁਣੇ ਹੀ ਉਹਨਾਂ ਲੋਕਾਂ ਕੋਲ ਇਮੀਡੀਏਟ ਚੇਅਰਮੈਨ ਸਾਹਿਬ ਤੇ ਅਸੀਂ ਪੂਰੀ ਟੀਮ ਜਾਵਾਂਗੇ, ਜਾਂ ਕੱਲ ਜਾਂ ਪਰਸੋਂ ਜਿਹੜਾ ਵੀ ਟਾਈਮ ਮਿਲੇਗਾ ਅਸੀਂ ਉਹਨਾਂ ਲੋਕਾਂ ਕੋਲ ਜਾ ਕੇ ਉਹਨਾਂ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਛੱਡ ਕੇ ਆਵਾਂਗੇ। ਇੰਨਾ ਹੀ ਉਹਨਾਂ ਲੋਕਾਂ ਨੇ ਜੋ ਕੁਛ ਉਹਨਾਂ ਨਾਲ ਬੀਤਿਆ ਉਸ ਚੀਜ਼ ਦੀ ਮੈਂ ਫਿਰ ਉਹਨਾਂ ਦਾ ਸ਼ੁਕਰਾਨਾ ਕਰਦਾ ਕਿ ਜਿਨ੍ਹਾਂ ਨੇ ਇੰਨਾ ਸਫ਼ਰ ਕੱਟਿਆ, ਇੰਨੀ ਮੁਸ਼ਕਿਲ ਕੱਟੀ, ਪਰ ਬਹੁਤ ਦੁੱਖ ਦੇ ਵਿੱਚ ਅੱਜ ਉਹ ਲੋਕ ਹੈ, ਅਸੀਂ ਉਹਨਾਂ ਦੇ ਨਾਲ ਹੈ। ਰਮਨ ਜੀ ਇੱਕ ਮਿੰਟ ਰਮਨ ਜੀ ਲੇਕਿਨ ਇਹ ਜਿਹੜੇ ਘਰ ਤੋੜ ਕੇ ਦੁਬਾਰਾ ਬਣਾਏ ਆ ਹੁਣ ਕੋਰਟ ਫਿਰ ਇਸ ਤੇ ਸਟੇ ਨਹੀਂ ਲਗਾ ਦੇਗੀ, ਕੋਰਟ ਫਿਰ ਨਹੀਂ ਕਹੇਗੀ ਕਿ ਸਾਡੇ ਆਰਡਰ ਸੀਗੇ ਤੁਸੀਂ ਤੋੜ ਕੇ ਹੁਣ ਦੁਬਾਰਾ ਬਣਾਓਗੇ। ਨਹੀਂ ਇਸ ਤਰ੍ਹਾਂ ਉੱਥੇ ਨਹੀਂ ਬਣਾ ਰਹੇ ਜੀ, ਅਸੀਂ ਹੋਰ ਉਹਨਾਂ ਨੂੰ ਅਲੱਗ ਜਗ੍ਹਾ ਤੇ ਦੇ ਰਹੇ। ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ, ਕਿਉਂਕਿ ਮੈਂ ਉਹ ਪਹਿਲਾਂ ਹੀ ਥੋੜਾ ਕਲੀਅਰ ਕੀਤਾ ਸੀਗਾ ਕਿ ਉਸ ਦਿਨ ਸਾਨੂੰ ਇਸ ਕਰਕੇ ਡਿਮੋਲਿਸ਼ ਕਰਨੇ ਪਏ ਕਿਉਂਕਿ ਉਹ ਸਾਰੀਆਂ ਥਾਵਾਂ ਤੇ ਉਹ ਸਾਰੀ ਥਾਂ ਤੇ ਲੱਗ ਰਹੇ ਸੀਗੇ। ਉਹ ਸਾਡੇ ਕੋਲ ਇੰਪਰੂਵਮੈਂਟ ਟਰਸਟ ਕੋਲ ਪਹਿਲਾਂ ਹੀ ਬਣੇ ਹੋਏ ਹੈਗੇ ਆ ਘਰ, ਅਸੀਂ ਉਹਨਾਂ ਨੂੰ ਅਲਟਰਨੇਟਿਵ ਦੇਵਾਂਗੇ ਰੀਹੈਬਿਲਿਟੇਸ਼ਨ ਵਾਸਤੇ, ਪੁਨਰਵਾਸ ਵਾਸਤੇ। ਉਸ ਜਗ੍ਹਾ ਤੇ ਨਹੀਂ ਹੈ, ਉਸ ਜਗ੍ਹਾ ਤੇ ਤਾਂ ਕੰਟੈਂਪਟ ਆਫ ਕੋਰਟ ਹੋਏਗੀ ਜੇ ਅਸੀਂ ਕਿਸੇ ਨੂੰ ਟੈਂਪਰੇਰੀ, ਜਿਹੜੀ ਹੈ ਤੁਹਾਡੀ ਗੱਲ ਠੀਕ ਹੈ, ਟੈਂਪਰੇਰੀ ਵੀ ਅਸੀਂ ਕਿਸੇ ਨੂੰ ਬਿਠਾਲਦੇ ਹਾਂ ਤਾਂ ਉਹ ਕੰਟੈਂਪਟ ਆਫ ਕੋਰਟ ਹੋਏਗੀ। ਇਹ ਸਰਕਾਰ ਦਾ ਪ੍ਰੈਰੋਗੇਟਿਵ ਹੈ, ਉਹ ਕਿਸੇ ਵੀ ਬੇਘਰੇ ਨੂੰ ਜਾਂ ਕਿਸੇ ਗਰੀਬ ਵਿਅਕਤੀ ਦੀ ਕਿਸੇ ਵੀ ਤਰੀਕੇ ਨਾਲ ਮਦਦ ਕਰ ਸਕਦੀ ਹੈ। ਮੈਂ ਜਿਸ ਤਰ੍ਹਾਂ ਪਹਿਲਾਂ ਹੀ ਕਿਹਾ ਆ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਬਿਲਕੁਲ ਇਹ ਸਪਸ਼ਟ ਸ਼ਬਦਾਂ 'ਚ ਕਿਹਾ ਆ, ਔਰ ਮੈਂ ਉਹਨਾਂ ਕੋਲ ਸੌਰੀ ਵੀ ਮਹਿਸੂਸ ਕੀਤੀ ਹੈ ਕਿ ਜਿਹੜੀ ਕਾਰਵਾਈ ਹੈ ਸਾਨੂੰ ਕਰਨੀ ਹੀ ਪੈਣੀ ਸੀਗੀ। ਤਾਂ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਇਹ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਇਸ ਲੈਵਲ ਦੇ ਜਿਹੜੇ ਅਪਾਰਟਮੈਂਟ ਦਿਓ, ਔਰ ਨਾਲ ਇਹ ਵੀ ਕਲੀਅਰ ਕੱਟ ਦੱਸੋ ਲੋਕਾਂ ਨੂੰ ਕਿ ਅਸੀਂ ਸਾਰਿਆਂ ਨੂੰ ਹੀ ਬਣਾ ਕੇ ਦੇਣੇ ਆ। ਸੋ ਉਹਦੇ ਚ ਕੰਟੈਂਪਟ ਆਫ ਕੋਰਟ ਇਸ ਕਰਕੇ ਨਹੀਂ ਹੈਗੀ, ਅਸੀਂ ਉਹ ਜਗ੍ਹਾ ਤੇ ਨਹੀਂ ਦੇ ਸਕਦੇ। ਕੀ ਕੀਤਾ 3 ਦਿਨ ਹੋ ਚੁੱਕੇ ਨੇ ਇਸ ਘਟਨਾ ਨੂੰ, ਉੱਥੇ ਤਸਵੀਰਾਂ ਆਈਆਂ, ਬੱਚੇ ਬਾਹਰ ਬੈਠੇ ਠੰਡ ਦੇ ਵਿੱਚ, ਉੱਥੇ ਉਸੇ ਤਰੀਕੇ ਨਾਲ ਖੁੱਲੇ। ਦੇਖੋ 3 ਦਿਨ ਚ ਸਰਕਾਰ ਨੇ ਕੀ ਕੀਤਾ? ਨਹੀਂ 3 ਦਿਨ ਚ ਸਰਕਾਰ ਕਰ ਰਹੀ, ਉਹਦਾ ਰਿਜ਼ਲਟ ਹੈ। ਨਾਲੇ 3 ਦਿਨ ਤਾਂ ਹੋਏ ਨਹੀਂ ਅਜੇ। ਨਹੀਂ ਮੈਂ ਦੱਸਦਾ ਨਾ ਤੁਹਾਨੂੰ, ਸੁਣੋਗੀ ਨਾ, ਸੁਣਨ ਦਾ ਵੀ ਮਾਦਾ ਰੱਖੋ, ਤੁਹਾਡਾ ਸਵਾਲ ਆ ਗਿਆ, ਸੁਣਨ ਦਾ ਵੀ ਮਾਦਾ ਰੱਖੋ। 9 ਤੇ 10 ਤਰੀਕ ਨੂੰ ਆਪਰੇਸ਼ਨ ਕੀਤਾ, 11 ਤਰੀਕ ਨੂੰ ਆਪਰੇਸ਼ਨ ਕੀਤਾ ਹੈ ਜੀ। ਇਹ ਜਿਹੜੇ ਮਾਫੀਆ ਵਾਲੇ ਸੀਗੇ ਉਹਨਾਂ ਨੇ ਜਿੰਨੇ ਵੀ ਜ਼ਰੂਰਤਮੰਦ ਵਿਅਕਤੀ ਸੀਗੇ ਉਹ ਉਹਨਾਂ ਦੇ ਪਿਛਲੇ ਪਾਸੇ ਉਹਨਾਂ ਦੇ ਅੱਗੇ ਹੋ ਕੇ ਇਹ ਕਾਰਵਾਈ ਕਰ ਰਹੇ ਸੀਗੇ, ਵਿਰੋਧ ਕਰ ਰਹੇ ਸੀਗੇ ਆਪਰੇਸ਼ਨ ਨਾ ਹੋਵੇ। ਔਰ ਅਸੀਂ ਤਾਂ ਉਸ ਦਿਨ ਦੇ ਹੀ ਸਾਧਨ ਜਿਹੜੇ ਆ ਟੈਂਪਰੇਰੀ ਸ਼ੈਲਟਰ ਸਾਡੇ ਕੋਲ ਅੱਜ ਵੀ ਹੈਗੇ ਆ, ਅਸੀਂ ਪੂਰੀ ਤਿਆਰੀ ਨਾਲ ਲੱਗੇ ਆ। ਨਾਲੇ ਥੋੜਾ ਬਹੁਤ ਟਾਈਮ ਤਾਂ ਹਰ ਚੀਜ਼ ਨੂੰ ਲੱਗਦਾ ਹੀ ਨਾ ਅਲਟਰਨੇਟਿਵ ਅਰੇਂਜਮੈਂਟ ਕਰਨ ਲਈ। ਔਰ ਅਸੀਂ ਕੋਈ ਸਾਡੇ ਕੋਲ ਕੋਈ ਹਾਂਜੀ ਕੋਈ ਲਿਸਟ ਤਿਆਰ ਹੈ ਕਿ ਇੰਨੇ ਘਰ ਬਣਾ ਕੇ ਦੇਣੇ ਔਰ ਇੰਨੇ ਲੋਕ ਔਰ ਇੰਨੇ ਘਰ ਤੋੜੇ ਔਰ ਇਸ ਜਗ੍ਹਾ ਤੇ ਬਣਾ? ਦੇਖੋ ਜਿਹੜੇ ਅਸੀਂ ਘਰ ਤੋੜਿਆ ਉਹਨਾਂ ਵਿੱਚੋਂ ਬਹੁਤ ਘੱਟ ਲੋਕ ਨੇ, 65% ਲੋਕ ਜਿਹੜੇ ਆ ਪਹਿਲਾਂ ਹੀ ਸ਼ਿਫਟ ਕਰ ਗਏ ਸੀਗੇ। ਜਿਹੜਾ ਕੁਝ ਚੈਨਲਾਂ ਨੇ ਚਲਾਇਆ ਨਾ ਕਿ ਇੰਪਰੂਵਮੈਂਟ ਟਰਸਟ ਨੇ ਦੱਸਿਆ ਨਹੀਂ, ਅਚਾਨਕ ਅਟੈਕ ਕਰਤਾ, ਫਲਾਣਾ ਕਰਤਾ, ਦੈਟ ਇਜ਼ ਫਾਲਸ। ਅਸੀਂ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਆ, ਈਵਨ ਸਾਈਟ ਤੇ ਬੁਨਿਆਦੀ ਕਰਵਾਈ ਹੈ। ਔਰ ਮੈਂ ਸਾਰੇ ਵੀਰਾਂ ਦੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਆ 65% ਲੋਕ ਤਾਂ ਮਾਈਗ੍ਰੇਟ ਕਰ ਗਏ ਸੀ ਪਹਿਲਾਂ ਹੀ ਉੱਥੋਂ, ਔਰ ਉਹਨਾਂ ਕੋਲ ਕੋਠੀਆਂ ਬਣੀਆਂ ਹੋਈਆਂ ਜਿਨ੍ਹਾਂ ਦੇ ਉੱਥੇ ਪੱਕੇ ਸਟਰਕਚਰ ਸੀਗੇ, ਉਹ ਉਹਨਾਂ ਨੂੰ ਯੂਜ਼ ਕਰਦੇ ਸੀ ਫਾਰਮ ਹਾਊਸ ਦੇ ਤੌਰ ਤੇ, ਔਰ ਆਪਣੀਆਂ ਕੋਠੀਆਂ 'ਚ ਸ਼ਿਫਟ ਕਰ ਗਏ ਸੀ। ਸਮਾਨ ਉਹਨਾਂ ਨੇ ਆਪ ਕੱਢਿਆ। ਪਰ ਜਿਹੜੇ ਪੀੜਤ ਨੇ, ਜਿਹੜੇ ਬਿਨਾਂ ਛੱਤ ਤੋਂ ਨੇ, ਉਹ ਨੈਚੁਰਲੀ ਡਿਪਟੀ ਕਮਿਸ਼ਨਰ ਸਾਹਿਬ ਦੀ ਵੀ ਅਸੀਂ ਹੈਲਪ ਲਵਾਂਗੇ, ਪੂਰੀ ਸ਼ਨਾਖਤ ਕਰਾਂਗੇ ਕਿੰਨੇ ਲੋਕ ਨੇ। ਐਲਾਨ ਤੇ ਪਾਲਿਸੀ ਜਿਹੜਾ ਜੀ, ਐਲਾਨ ਤੇ ਪਾਲਿਸੀ ਡਿਫਰੈਂਸ ਹੁੰਦਾ ਬਹੁਤ ਜ਼ਿਆਦਾ। ਤੁਸੀਂ ਉਹਦਾ ਐਲਾਨ ਕਰ ਰਹੇ ਹੋ, ਤੁਹਾਡੇ ਕੋਲ ਕੋਈ ਪਾਲਿਸੀ ਹੈਗੀ ਹੈ ਇਹ ਜੀ ਕਿ ਤੁਸੀਂ ਉਹਨਾਂ ਨੂੰ ਰੀਹੈਬਿਲਿਟੇਟ ਕਰ ਸਕੋ? ਸਾਡੇ ਕੋਲ ਪਾਲਿਸੀ ਹੈਗੀ ਹੈ, ਅਸੀਂ ਟੈਂਪਰੇਰੀ ਉੱਥੇ ਬਿਠਾਵਾਂਗੇ ਉਹਨਾਂ ਨੂੰ। ਉਹਦੇ ਨਾਲ ਹੀ ਉਹ ਜਿਹੜੀ ਪਾਲਿਸੀ ਆ ਅਸੀਂ ਮਤਾ ਪਾਸ ਕਰਾਂਗੇ, ਗਵਰਨਮੈਂਟ ਤੋਂ ਪ੍ਰਵਾਨਗੀ ਲਵਾਂਗੇ। ਜਦੋਂ ਸਾਡੇ ਮੁਖੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਉਹ ਕਹਿ ਦਿੱਤਾ ਆ ਟੈਂਪਰੇਰੀ ਸ਼ੈਲਟਰ ਦੇਣ ਲਈ ਕੋਈ ਪ੍ਰੋਬਲਮ ਨਹੀਂ ਹੈਗੀ ਸਾਨੂੰ। ਤੇ ਮੈਂ ਟੈਂਪਰੇਰੀ ਦੇਣ ਜਾ ਰਹੇ ਹੋ ਮਤਲਬ? ਨਹੀਂ ਨਾਟ ਐਟ ਆਲ। ਟਵਿਸਟ ਨਾ ਕਰੋ ਗੱਲ ਨੂੰ। ਅਸੀਂ ਉਹਨਾਂ ਅਪਾਰਟਮੈਂਟਸ ਦੇ ਵਿੱਚ ਹੀ ਅਸੀਂ ਉਹਨਾਂ ਨੂੰ ਰੈਗੂਲਰਾਈਜ਼ ਕਰਾਂਗੇ। ਲੱਗਦਾ ਸਾਨੂੰ ਵੀ ਤਾਂ ਪਤਾ ਹੀ ਆ ਕਿ ਇੱਕ ਪ੍ਰੋਸੀਜਰ ਹੁੰਦਾ ਹੈ, ਪ੍ਰੋਸੀਜਰ ਅਡਾਪਟ ਕਰਨ ਤੋਂ ਥੋੜੀ ਕੋਈ ਰੋਕ ਨਹੀਂ ਸਾਨੂੰ। ਵਿਰੋਧੀ ਤਰ੍ਹਾਂ ਕਹਿ ਰਹੀਆਂ ਨੇ ਕਿ ਠੀਕ ਹੈ ਕੋਰਟ ਦਾ ਡਿਸੀਜਨ ਸੀ ਮੰਨ ਲਿਆ, ਕੱਲ ਨੂੰ ਕੋਰਟ ਸੁਪਰੀਮ ਕੋਰਟ ਕਹਦੇ ਕਿ ਐਸਵਾਈਐਲ ਹਰਿਆਣੇ ਨੂੰ ਜਾ ਰਹੀ ਹੈ, ਚੰਡੀਗੜ੍ਹ ਹਰਿਆਣੇ ਨੂੰ ਜਾ ਰਿਹਾ, ਕੀ ਪੰਜਾਬ ਸਰਕਾਰ ਇਹ ਚੀਜ਼ ਮੰਨ ਕੇ ਛੱਡ ਦੇਗੀ? ਦੇਖੋ ਐਸਵਾਈਐਲ ਦਾ ਮੁੱਦਾ ਹੋ ਰਿਹਾ, ਵਿਰੋਧੀ ਧਿਰਾਂ ਬਹੁਤ ਕੁਝ ਕਹਿੰਦੀਆਂ ਆ। ਅਸੀਂ ਜੋ ਕੁਝ ਕਰ ਰਹੇ ਆ, ਅਸੀਂ ਮਾਫੀਆ ਨੂੰ ਖਦੇੜਨ ਲਈ ਲੋਕਾਂ ਦੇ ਬ੍ਰੌਡਰ ਸੈਂਸ ਵਿੱਚ ਭਲਾਈ ਵਾਸਤੇ ਕਰ ਰਹੇ ਆ, ਔਰ ਅਸੀਂ ਉਹਨਾਂ ਦਾ ਪੁਨਰਵਾਸ ਕਰ ਰਹੇ ਆ ਜਿਹੜੇ ਪੀੜਤ ਵਿਅਕਤੀ ਨੇ। ਹਾਂਜੀ 65% ਜਿਹੜੇ ਲੋਕ ਸੀ ਆਲਰੇਡੀ ਮਾਈਗ੍ਰੇਟ ਕਰਕੇ ਸ਼ਿਫਟ ਕਰ
ਹਾਂਜੀ ਜਿਹੜੇ ਬਾਕੀ 25-30% ਲੋਕ ਬਚਦੇ ਸੀਗੇ, ਤੁਸੀਂ ਕੀ ਬੁਨਿਆਦੀਆਂ ਕਰਾਈਆਂ ਸੀ, ਐਡਵਰਟਾਈਜ਼ਮੈਂਟ ਦਿੱਤੀਆਂ, ਕਿ ਉਹਨਾਂ ਨੂੰ ਕਿਉਂਕਿ ਉਹ ਆਇਡੈਂਟੀਫਾਈਡ ਸੀਗੇ ਵੀ ਨਹੀਂ ਕਰ ਪਾ ਰਹੇ, ਫਿਰ ਵੀ ਇੱਕ ਵਾਰੀ ਇਹ ਕਿਹਾ ਗਿਆ ਕਿ ਆਲਰੇਡੀ ਤੁਹਾਨੂੰ ਰੈਲੋਕੇਟ ਕਰ ਰਹੇ ਹਾਂ, ਰੈਲੋਕੇਟ ਕਰਨ ਦੇ ਬਾਅਦ ਅਸੀਂ ਇਹ ਕਰਾਂਗੇ, ਕਿਉਂਕਿ ਉਹ ਇਸ ਟਾਈਮ ਦਿਖ ਰਹੇ ਨੇ ਸੜਕਾਂ ਤੇ ਪ੍ਰੀ ਪਲਾਨ ਕੋਰਟ ਦੇ ਵਿੱਚ ਤਰੀਕ ਨਿਸ਼ਚਿਤ ਹੋ ਚੁੱਕੀ ਸੀਗੀ, ਸਾਰਾ ਕੁਝ ਤੈਅ ਸੀਗਾ। ਕੋਰਟ ਨੇ ਸਾਨੂੰ ਤਰੀਕ ਦਿੱਤੀ ਆ 9 ਤਰੀਕ ਨੂੰ ਤੇ 10 ਤਰੀਕ ਨੂੰ ਆਪਰੇਸ਼ਨ ਕੀਤਾ, 11 ਵੀ ਉਹਦੇ ਵਿੱਚ ਸ਼ਾਮਲ ਸੀਗਾ ਤੇ 12 ਤਰੀਕ ਨੂੰ ਮੈਨੂੰ ਕੋਰਟ 'ਚ ਪੇਸ਼ ਹੋਣਾ ਪਿਆ। ਯੂ ਟਰਾਈ ਟੂ ਅੰਡਰਸਟੈਂਡ। ਔਰ ਜਿਹੜੇ ਲੋਕ ਰਹਿ ਵੀ ਗਏ ਸੀਗੇ, ਕਿਸੇ ਦਾ ਸਮਾਨ ਨਹੀਂ ਤੋੜਿਆ, ਕਿਸੇ ਦਾ ਕੁਝ ਨਹੀਂ ਹੈ। ਜਿੰਨਾ ਵਿਰੋਧ ਹੋਇਆ, ਜਿਹੜੇ ਜਲੰਧਰ ਦੇ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਆ, ਸਾਰਿਆਂ ਨੂੰ ਮਿੰਨਤਾਂ ਕਰ ਕਰਕੇ ਜਾਂ ਹੋਰ ਕਰਕੇ ਸਮਾਨ ਵੀ ਉਹਨਾਂ ਨੇ ਲਦਵਾਇਆ ਹੈਗਾ। ਅਸੀਂ ਤਾਂ ਆ ਜਿਹੜੀ ਆ ਇਹ ਉਦੋਂ ਦੀ ਸਾਡੀ ਪਲਾਨ ਸੀਗੀ, ਅਸੀਂ ਐਲਾਨ ਅੱਜ ਕਰ ਰਹੇ ਹਾਂ ਕਿਉਂਕਿ ਮਤਲਬ ਇਹ ਜਿਹੜਾ ਹੁਣ ਸਾਡੀ ਉਹ ਸਕੀਮ ਮੁਕੰਮਲ ਹੋ ਗਈ ਹੈ। ਦੇਖੋ ਮੇਰੀ ਗੱਲ ਸੁਣੋ, ਉਹਦੇ ਲਈ ਮੈਂ ਖਿਮਾ ਦਾ ਜਾਚਕ ਹਾਂ। ਜਿਹਨੇ ਗਲਤ ਲਫ਼ਜ਼ ਬੋਲਿਆ ਉਹ ਥੋੜੀ ਮੈਂ ਡਿਬੇਟ ਕਰੂੰਗਾ ਕਿ ਉਹਨੇ ਠੀਕ ਕੀਤਾ। ਜਦੋਂ ਆਪਰੇਸ਼ਨ ਹੁੰਦਾ ਹੈ ਕਈ ਬੰਦੇ ਬਲੰਡਰਸ ਵੀ ਕਰ ਜਾਂਦੇ ਆ, ਉਹ ਤਾਂ ਮਾੜੀ ਗੱਲ ਹੈ, ਪਰ ਉਹਨੂੰ ਫਲੇਅਰ ਆਪਣਾ ਨਾ ਕਰੋ। ਅੱਜ ਉਹਨਾਂ ਲੋਕਾਂ ਨੂੰ ਛੱਤ ਮਿਲਣ ਜਾ ਰਹੀ ਹੈ, ਅੱਜ ਉਹਨਾਂ ਲੋਕਾਂ ਨੂੰ ਛੱਤ ਮਿਲਣ ਜਾ ਰਹੀ ਹੈ, ਛੱਤ ਦੇਾਂਗੇ, ਪੂਰਾ ਕਰੀਏ ਛੱਤ ਦੇਾਂਗੇ। ਜਿਹੜੀ ਸਾਨੂੰ ਕੋਰਟ ਦੇ ਹੁਕਮਾਂ ਸੱਟ ਹੋਣੀ ਪਈ ਆ, ਮੁੱਖ ਮੰਤਰੀ ਸਾਹਿਬ ਦੇ ਹੁਕਮਾਂ ਨਾਲ ਬੈਟਰ ਛੱਤ ਦੇਾਂਗੇ। ਨੋ ਲੇਟਰ ਦੈਨ ਜਦੋਂ ਮਰਜ਼ੀ ਆ ਜਾਣ ਸਾਡੇ ਕੋਲ, ਜਦੋਂ ਮਰਜ਼ੀ ਡਿਪਟੀ ਕਮਿਸ਼ਨਰ ਕੋਲ ਚਲ ਜਾਣ। ਇਸ ਗੱਲ ਨੂੰ ਤੁਸੀਂ ਇਸ ਗੱਲ ਤੇ ਸਵਾਲ ਕਰੋ ਜੇ ਸਾਡੀ ਇੰਟੈਂਸ਼ਨ ਤੇ ਕੋਈ ਸ਼ੱਕ ਹੈ ਤਾਂ। ਅੱਜ ਸਭ ਤੋਂ ਵਧੀਆ ਗੱਲ ਤਾਂ ਇਹ ਹੈ ਜੀ, ਅੱਜ ਸਭ ਤੋਂ ਵਧੀਆ ਤੇ ਗੱਲ ਇਹ ਹੈ ਕਿ 2 ਦਿਨ ਲਗਾ ਕੇ ਸੀਐਮ ਸਾਹਿਬ ਨਾਲ ਮੀਟਿੰਗਾਂ ਕਰਕੇ ਅੱਜ ਅਸੀਂ ਇਹ ਫੈਸਲਾ ਲਿੱਤਾ ਹੈ ਨਾ ਵੀ ਅਸੀਂ ਉਹਨਾਂ ਦਾ ਪੁਨਰਵਾਸ ਕਰ ਰਹੇ ਹਾਂ। ਅੱਜ ਉਹ ਗਰੀਬ ਲੋਕਾਂ ਨੂੰ ਆਪਣਾ ਘਰ ਮਿਲਣ ਜਾ ਰਹੇ ਵੱਡੀ ਗੱਲ ਹੈ ਅੱਜ ਉਹਨੂੰ ਆਪਣਾ ਘਰ ਮਿਲਣ ਜਾ ਰਹੇ ਇਹ ਚੀਜ਼ ਨਹੀਂ ਸਾਨੂੰ। ਚੰਡੀਗੜ੍ਹ ਐਸਐਸਪੀ ਨੂੰ ਲੈ ਕੇ ਚਿੱਠੀ ਦਾ ਜਵਾਬ ਦਿੱਤਾ ਗਵਰਨਰ ਸਾਹਿਬ ਨੇ। ਉਹਨਾਂ ਨੇ ਕਿਹਾ ਕਿ ਜਿਹੜਾ ਸਾਨੂੰ ਚੀਫ ਸੈਕਟਰੀ ਦੇ ਨਾਲ ਅਸੀਂ ਗੱਲਬਾਤ ਕੀਤੀ ਸੀ, ਅਸੀਂ ਫੋਨ ਤੇ ਗੱਲ ਕੀਤੀ ਸੀ ਤੇ ਦੱਸਿਆ ਸੀ ਕਿ ਪੈਨਲ ਭੇਜ ਦਿਓ, ਪਰ ਸਾਡੇ ਕੋਲ ਪੈਨਲ ਨਹੀਂ ਆਇਆ। ਤੇ ਉਸ ਤੋਂ ਬਾਅਦ ਉਹਨੇ ਕਿਹਾ ਕਿ ਕੁਲਦੀਪ ਚਾਹਲ ਹੋਣਾ ਦੇ ਉੱਪਰ ਕੋਈ ਇਲਜ਼ਾਮ ਸੀ, ਉਹਨਾਂ ਨੂੰ ਲੈ ਕੇ ਜਿਹੜਾ ਗੱਲਬਾਤ ਕੀਤੀ ਤੇ ਫੋਨ ਤੇ ਵੀ ਗੱਲ ਹੋ ਗਈ, ਤੁਹਾਨੂੰ ਪੈਨਲ ਨਹੀਂ ਭੇਜਿਆ ਗਿਆ। ਦੇਖੋ ਸਰਕਾਰੀ ਜਿਹੜੇ ਕੰਮ ਹੁੰਦੇ ਆ ਇਹ ਫੋਨਾਂ ਤੇ ਨਹੀਂ ਹੁੰਦੇ, ਸਰਕਾਰੀ ਫੈਸਲੇ ਵੀ ਫੋਨਾਂ ਤੇ ਨਹੀਂ ਹੁੰਦੇ। ਈਵਨ ਅਸੀਂ ਤਾਂ ਆਪਣੇ ਮੀਡੀਆ ਦੇ ਸਾਥੀਆਂ ਨੂੰ ਵੀ ਜਦੋਂ ਪ੍ਰੈਸ ਕਾਨਫਰੰਸ ਲਈ ਵੀ ਬੁਲਾਉਂਦੇ ਆ, ਉਹ ਵੀ ਇੱਕ ਪ੍ਰੋਪਰ ਇੱਕ ਮੈਸੇਜ ਭੇਜਦੇ ਆ, ਰਿਟਨ ਚ ਭੇਜਦੇ ਆ। ਸੋ ਇਸ ਤਰ੍ਹਾਂ ਨਹੀਂ ਹੁੰਦੇ। ਲੇਕਿਨ ਅਸੀਂ ਗਵਰਨਰ ਸਾਹਿਬ ਦਾ ਬੜਾ ਸਤਿਕਾਰ ਕਰਦੇ ਆ। ਅਸੀਂ ਇਹਨੂੰ ਕੌਨਫਲਿਕਟ ਚ ਨਹੀਂ ਪਾਉਣਾ ਚਾਹੁੰਦੇ। ਔਰ ਆਲਰੇਡੀ ਪਿਛਲੀ ਵਾਰ ਵੀ ਜਿਹੜੇ ਐਪੀਸੋਡ ਹੋਏ ਸੀ ਉਦੋਂ ਵੀ ਮੁੱਖ ਮੰਤਰੀ ਜੀ ਨੇ ਕਿਹਾ ਸੀ ਵੀ ਗਵਰਨਰ ਹਾਊਸ ਦਾ ਮਿਸਯੂਜ਼ ਨਾ ਕੀਤਾ ਜਾਵੇ। ਸਾਡਾ ਅਜੇ ਵੀ ਕੋਈ ਇਰਾਦਾ ਨਹੀਂਗਾ ਕੌਨਫਲਿਕਟ ਪੈਣ ਦਾ। ਸੋ ਇਸ ਤਰੀਕੇ ਨਾਲ ਸਰਕਾਰੀ ਫੈਸਲੇ ਨਹੀਂ ਹੁੰਦੇ ਕਿ ਫੋਨ ਤੇ ਕਹਿਤਾ ਜੀ। ਬੜੇ ਇੰਪੋਰਟੈਂਟ ਔਰ ਪ੍ਰੋਪਰ ਕਮਿਊਨੀਕੇਸ਼ਨ ਜਿਹੜੀ ਆ ਜ਼ਰੂਰੀ ਹੁੰਦੀ ਹੈ ਸਰਕਾਰੀ ਕੰਮ ਕਰਨ। ਅਫਸਰ ਸੀਐਮ ਨੂੰ ਦੱਸਦੇ ਵੀ ਕਿਹਦਾ ਫੋਨ ਆਇਆ, ਉਹ ਕਹਿੰਦੇ ਮਿਲ ਕੇ ਵੀ ਗਏ, ਛੋਟੀ ਮੋਟੀ ਪਾਲਿਸੀ ਚੀਫ ਸੈਕਟਰੀ ਦੱਸਦਾ ਨਹੀਂ ਤਾਂ ਸੀਐਮ ਮੈਂ ਬੜਾ ਜਵਾਬ ਲਾਸਟ ਦੇਖੋ, ਮੈਂ ਪਹਿਲਾਂ ਵੀ ਕਿਹਾ ਸਰਕਾਰੀ ਕੰਮਕਾਜ ਦਾ ਜਿਹੜਾ ਤਰੀਕਾ ਆ ਫੋਨਾਂ ਤੇ ਨਹੀਂ ਹੁੰਦਾ ਕਮਿਊਨੀਕੇਟ ਕਰਨਾ। ਸਿਰਫ ਇਹਦੇ ਲਈ ਪ੍ਰੋਪਰ ਇੱਕ ਰਿਟਨ ਜਿਹੜੀ ਆ ਕਾਰਵਾਈ ਹੁੰਦੀ ਹੈ। ਜੇ ਇਸ ਤਰ੍ਹਾਂ ਸਰਕਾਰਾਂ ਦੇ ਫੈਸਲੇ ਹੋਣ ਲੱਗ ਜਾਣ ਜਾਂ ਆਨਰੇਬਲ ਗਵਰਨਰ ਆਫਿਸ ਦੇ ਫੈਸਲੇ ਹੋ ਜਾਣ ਤੇ ਮੈਨੂੰ ਲੱਗਦਾ ਹੈ ਵੀ ਇਹ ਤੁਸੀਂ ਆਪ ਹੀ ਸਮਝ ਸਕਦੇ ਹੋ। ਸੋ ਇਹਦਾ ਮਤਲਬ ਡੈਫੀਨੇਟਲੀ ਅਸੀਂ ਨਹੀਂ ਚਾਹੁੰਦੇ ਗਵਰਨਰ ਸਾਹਿਬ ਨਾਲ ਕੋਈ ਕੌਨਫਲਿਕਟ ਪਾਉਣਾ, ਲੇਕਿਨ ਗਵਰਨਰ ਸਾਹਿਬ ਨੂੰ ਵੀ ਇੱਕ ਚੁਣੀ ਹੋਈ ਸਰਕਾਰ ਦਾ ਸਤਿਕਾਰ ਕਰਨਾ ਚਾਹੀਦਾ। ਕਨਫਲਿਕਟ ਤਾਂ ਸਰ ਹੋਈ ਗਿਆ ਜਦੋਂ ਬਹੁਤ ਧੰਨਵਾਦ। ਕੋਈ ਨਹੀਂ ਸ਼ਾਮ ਨੂੰ ਇੱਕ ਸਵਾਲ ਲੈ ਲਓ।